ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬਾਈਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਆਇਆ ਹੈ ਕਿ ਇੰਸਪੈਕਟਰ ਪੰਜਾਬ ਪੁਲਿਸ ਦੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਸਰਕਾਰੀ ਗਵਾਹ ਯਾਨੀ ਕਿ ਅਪਰੂਵਰ ਬਣਨ ਦੀ ਜਿਹੜੀ ਹੈਗੀ ਹੈ ਇੱਛਾ ਜਤਾਈ ਹੈ, ਜਿਸ ਨੂੰ ਲੈ ਕੇ ਸਿੱਟ ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਹੈ। ਇਸ ਗੱਲ ਦਾ ਕੀ ਇਸ ਕੇਸ ਦੇ ਉੱਤੇ ਅਸਰ ਪਏਗਾ, ਇਹ ਬਹੁਤ ਇੰਟਰਸਟਿੰਗ ਹੈ। ਕਿਉਂਕਿ ਹੁਣ ਤੱਕ ਇਸ ਘਟਨਾ ਦਾ ਜਿਸ 'ਚ 2 ਵਿਅਕਤੀ ਮਾਰੇ ਗਏ ਸਨ, ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਕਿ 2015-16 ਦੇ ਦਿਨਾਂ ਦੌਰਾਨ ਹੋਈ ਹੈ 2015 'ਚ, ਅਤੇ ਉਹਨਾਂ ਨੂੰ ਲੈ ਕੇ ਉਹ ਰੋਸ ਪ੍ਰਗਟਾਵਾ ਕਰ ਰਹੇ ਸੀਗੇ, ਜਿਸ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ ਕੋਟਕਪੂਰੇ ਅਤੇ ਬਾਈਬਲ ਕਲਾਂ ਦੇ ਵਿੱਚ। ਦੋਵੇਂ ਥਾਵਾਂ 'ਤੇ ਗੋਲੀ ਚੱਲਦੀ ਹੈ, ਜਿਸ 'ਚ ਬਾਈਬਲ ਕਲਾਂ 'ਚ 2 ਵਿਅਕਤੀ ਮਾਰੇ ਜਾਂਦੇ ਨੇ। ਪਰ ਇਸ ਮਾਮਲੇ ਦੇ ਵਿੱਚ ਇਹ ਗੱਲ ਹੁਣ ਤੱਕ ਸਾਹਮਣੇ ਨਹੀਂ ਆ ਪਾ ਰਹੀ ਸੀ ਕਿ ਗੋਲੀ ਕਿਉਂ ਚਲਾਉਣੀ ਪਈ, ਗੋਲੀ ਕਿਸ ਦੇ ਹੁਕਮ 'ਤੇ ਚਲਾਈ ਗਈ ਹੈ, ਗੋਲੀ ਚਲਾਉਣ ਦੀ ਜਿਹੜੀ ਲੋੜ ਸੀ, ਐਸਾ ਕੀ ਹੋ ਗਿਆ ਸੀ ਕਿ ਗੋਲੀ ਹਵਾ 'ਚ ਚਲਾਉਣ ਦੀ ਬਜਾਏ ਲੋਕਾਂ ਵੱਲ ਚਲਾਉਣੀ ਪਈ, ਜਿਸ 'ਚ ਕਿ ਵਿਅਕਤੀ ਮਾਰੇ ਗਏ। ਸੋ ਇੰਸਪੈਕਟਰ ਪ੍ਰਦੀਪ ਸਿੰਘ, ਜੋ ਕਿ ਦੱਸਿਆ ਜਾ ਰਿਹਾ ਕਿ ਘਟਨਾ ਮੌਕੇ ਡਿਊਟੀ 'ਤੇ ਤੈਨਾਤ ਸੀ, ਮੌਕੇ 'ਤੇ ਮੌਜੂਦ ਸੀ, ਉਸ ਦੇ ਹੁਣ ਅਪਰੂਵਰ ਬਣਨ ਨਾਲ ਕਾਫੀ ਪਰਤਾਂ ਖੁੱਲ੍ਹਣ ਦੀ ਉਮੀਦ ਜਾਗੀ ਹੈ ਕਿ ਇਹ ਸਾਰਾ ਜੋ ਘਟਨਾਕ੍ਰਮ ਵਾਪਰਿਆ ਸੀ ਉਹ ਕਿਵੇਂ ਵਾਪਰਿਆ ਸੀ। ਪਰ ਜਦੋਂ ਕੋਈ ਮੌਕੇ ਦਾ ਖਾਸ ਕਰ ਅਫਸਰ ਜਿਹੜਾ ਹੈਗਾ ਜਾਂ ਸਰਕਾਰੀ ਕਰਮਚਾਰੀ ਜਿਹੜਾ ਉਸ ਘਟਨਾ 'ਚ ਸ਼ਾਮਲ ਰਿਹਾ ਹੋਵੇ ਅਤੇ ਸਹਿ ਦੋਸ਼ੀ ਹੋਵੇ ਕੇਸ ਦੇ ਵਿੱਚ, ਜਦੋਂ ਉਹ ਇਸ ਤਰ੍ਹਾਂ ਅਪਰੂਵਰ ਬਣਦਾ ਹੈ ਤਾਂ ਕੇਸ ਦੇ ਉੱਤੇ ਇਸ ਦਾ ਕੀ ਅਸਰ ਪੈਂਦਾ ਹੈ ਅਤੇ ਕੀ ਕਾਨੂੰਨੀ ਤੌਰ 'ਤੇ ਇਹਦੇ ਮਾਇਨੇ ਨਿਕਲਦੇ ਨੇ, ਇਹ ਅਸੀਂ ਹੁਣ ਅੱਜ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ। ਅਸੀਂ ਜਾਣਾਂਗੇ ਕਿ ਕਾਨੂੰਨ ਕੀ ਕਹਿੰਦਾ ਇਸ ਮਾਮਲੇ 'ਚ। ਮੇਰੇ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਬਣੇ ਹੋਏ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗਗਨਪ੍ਰਦੀਪ ਸਿੰਘ ਬੱਲ, ਜੋ ਕਿ ਬੇਅਦਬੀ ਅਤੇ ਗੋਲੀकांड ਨਾਲ ਸੰਬੰਧਿਤ ਕੁਝ ਕੇਸਾਂ ਦੇ ਵਿੱਚ ਵੀ ਪੈਰਵੀ ਕਰ ਰਹੇ ਨੇ ਅਤੇ ਬੜੇ ਨਾਮੀ ਗ੍ਰਾਮੀ ਵਕੀਲ ਨੇ। ਬੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਤਾਂ ਦੱਸੋ ਜੀ, ਅਪਰੂਵਰ ਦਾ ਕਾਨੂੰਨੀ ਤੌਰ ਦੇ ਉੱਤੇ ਕੀ ਮਤਲਬ ਹੁੰਦਾ ਜੀ, ਆਮ ਬੰਦੇ ਨੂੰ ਜੇ ਸਮਝਾਣੀ ਹੋਵੇ ਗੱਲ? ਇੱਦਾਂ ਜੀ, ਅਪਰੂਵਰ ਜਿਹੜਾ ਹੈ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹਦੇ ਤਹਿਤ ਕੇਸ ਚੱਲਦੇ ਨੇ, ਉਹਦੇ 3 ਪ੍ਰੋਵੀਜ਼ਨਸ ਮੇਨਲੀ 306, 307, 308 ਜਿਹੜੇ ਸੈਕਸ਼ਨਸ ਹੈਗੇ ਨੇ, ਉਹਨਾਂ ਵਿੱਚ ਰਿਲੇਟ ਹੁੰਦੇ ਨੇ। ਹੁਣ ਅਪਰੂਵਰ ਦੇ ਮਾਇਨੇ, ਜਿਵੇਂ ਤੁਸੀਂ ਆਖਿਆ ਹੈ, ਅਪਰੂਵਰ ਜਿਹੜੇ ਬੰਦੇ ਕੰਪਲਿਸ ਹੋਣ ਜਾਂ ਉਹ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਉਹਨਾਂ ਨੂੰ ਸਾਰੀ ਨੌਲੇਜ ਹੋਵੇ ਅਤੇ ਅਕੁਆਇੰਟਡ ਵੀ ਹੋਣ ਫੈਕਟਸ 'ਤੇ ਜੀ, ਉਹ ਜੇ ਕੰਸਰਨਡ ਚੀਫ ਜੁਡੀਸ਼ੀਅਲ ਮੈਜਿਸਟਰੇਟ ਜਿੱਥੇ ਹੁੰਦੇ ਨੇ, ਉਹ ਐਪਲੀਕੇਸ਼ਨ ਦਿੰਦੇ ਨੇ ਕਿ ਜੀ ਆਈ ਐਮ ਅਕੁਆਇੰਟਡ ਵਿਦ ਦ ਫੈਕਟਸ ਆਫ ਦ ਕੇਸ, ਅਤੇ ਮੈਂ ਇਹਦੇ ਬਾਰੇ ਆਪਣਾ ਟੈਂਡਰ ਕਰਨਾ ਚਾਹੁੰਦਾ, ਜਿਹੜੇ ਰਿਕਾਰਡਸ ਹੈਗੇ ਨੇ, ਆਪਣਾ ਵਰਸ਼ਨਸ ਹੈਗੀਆਂ ਨੇ, ਅਤੇ ਮੈਨੂੰ ਪਾਰਡਨ ਗ੍ਰਾਂਟ ਕੀਤੀ ਜਾਵੇ, ਮੈਨੂੰ ਅਕਵਿਟਲ ਆਰਡਰ ਕੀਤੇ ਜਾਣ। ਉਹ ਜਿਹੜੇ ਕੰਟੈਂਟਸ ਹੁੰਦੇ ਨੇ ਉਹ ਐਪਲੀਕੇਸ਼ਨ ਜਾਂਦੇ ਹੈ CGM ਦੀ, ਲਰਨਡ CGM ਦੀ ਕੋਰਟ 'ਚ, ਜਾਂ ਮੈਟਰੋਪੋਲੀਟਨ ਮੈਜਿਸਟਰੇਟ ਦੇ ਜਾ ਸਕਦੇ ਨੇ, ਜਿੱਥੇ ਮੈਟਰੋਪੋਲੀਟਨ ਮੈਜਿਸਟਰੇਟ ਹੁੰਦੇ ਨੇ। ਪ੍ਰੋਸੀਡਸ ਜਿਹੜੀਆਂ ਨੇ ਉਹ ਉਸ ਤੋਂ ਬਾਅਦ ਜਦੋਂ ਕੋਰਟ ਵਿੱਚ ਉਹਨਾਂ ਨੇ ਆਪਣੀ ਇਨਸਕ੍ਰਾਈਬ ਕਰਕੇ ਐਪਲੀਕੇਸ਼ਨ ਦੇਣੀ ਹੈ ਅਤੇ ਉੱਥੇ ਆਪਣੀ ਸਟੇਟਮੈਂਟ ਜਿਹੜੀ ਹੈ ਉੱਥੇ ਰਿਕਾਰਡ ਦੇਣੀ ਹੈ, ਉਸ ਔਨਰੇਬਲ ਕੋਰਟ ਨੇ ਫਿਰ ਉਹਦੇ ਉੱਤੇ ਮਾਈਂਡ ਅਪਲਾਈ ਕਰਨਾ ਹੈ ਕਿ ਜੋ ਇਹ ਕਹਿ ਰਿਹਾ ਕੁਝ ਕੰਸੀਲ ਤਾਂ ਨਹੀਂ ਕਰ ਰਿਹਾ, ਜਾਂ ਫੈਕਚੁਅਲੀ ਗੱਲ ਜਿਹੜੀ ਲੱਗ ਰਹੀ ਹੈ ਉਹ ਸਹੀ ਹੈ, ਕਿਸ ਐਕਸਟੈਂਟ ਤੱਕ ਉਹ ਜੋ ਕਿਹਾ ਉਹਨੂੰ ਅਸੈਸ ਕਰਕੇ ਫਿਰ ਉਸ ਔਨਰੇਬਲ ਕੋਰਟ ਨੇ ਆਰਡਰ ਪਾਸ ਕਰਨੇ ਹੁੰਦੇ ਨੇ ਉਹਦੇ ਪਾਰਡਨ 'ਤੇ ਜੀ ਅਤੇ ਪ੍ਰੋਸੀਡਿੰਗਸ 'ਤੇ। ਹੁਣ ਇਹਦੇ ਵਿੱਚ ਜਿੱਥੇ ਇਸ਼ੂ ਹੁੰਦਾ, ਐਵੀਡੈਂਸ ਦਾ ਇਸ਼ੂ ਹੁੰਦਾ ਹੈ, ਸਬੂਤ ਦਾ, ਹਾਂਜੀ ਸਬੂਤ ਦਾ, ਉੱਥੇ ਇਹ ਜਿਹੜੇ ਬੰਦੇ, ਜਿਵੇਂ ਫੋਰ ਐਗਜ਼ਾਮਪਲ ਕੋਈ ਅਪਰੂਵਰ ਹੈ, ਉਹਦੀ ਜਿਹੜੀ ਸਟੇਟਮੈਂਟ ਹੈਗੀ ਹੈ ਉਹ ਇੱਕ ਐਵੀਡੈਂਸ ਦੇ ਪੁਆਇੰਟ ਆਫ ਵਿਊ 'ਤੇ ਪ੍ਰੋਫੈਸ ਕੀਤੀ ਜਾਂਦੀ ਹੈ ਜੀ। ਉਹ ਜਿਹੜੇ ਹੈ ਆਪਣੀ ਸਟੇਟਮੈਂਟ ਰਿਕਾਰਡ ਕਰਨਗੇ, ਜਿਹੜਾ ਅਪਰੂਵਰ ਹੋਏਗਾ ਜਾਂ ਜੋ ਫੈਕਟਸ ਉਹਨੂੰ ਪਤਾ ਨੇ ਉਹ ਦੱਸੇਗਾ, ਆਪਣੇ ਵੱਲੋਂ ਕਲੈਰੀਫਾਈ ਕਰੇਗਾ। ਇਹਦੇ ਵਿੱਚ ਉਹ ਤਾਂ ਹੋ ਜਾਂਦਾ ਜੀ, ਉਹ ਪਾਰਡਨ ਦਾ ਵੀ ਉਸ ਤੋਂ ਬਾਅਦ ਗ੍ਰਾਂਟ ਹੋ ਜਾਂਦੇ ਨੇ ਜੀ। ਇਹਦੇ ਪੈਰਾਮੀਟਰ, ਪਾਰਡਨ ਮਤਲਬ ਕਿ ਜੋ ਬੰਦਾ ਅਪਰੂਵਰ ਬਣਦਾ ਹੈ, ਸਰਕਾਰੀ ਗਵਾਹ ਜਿਹਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਹਾਂ, ਉਸ ਨੂੰ ਫਿਰ ਉਸ ਕੇਸ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਬਾਕੀ ਦੋਸ਼ੀਆਂ ਨੂੰ, ਤਾਂ ਉਸ ਨਾਲ ਰਿਆਇਤ ਵਰਤੀ ਜਾਂਦੀ ਹੈ, ਉਹਨੂੰ ਪ੍ਰੋਮਿਸ ਹੁੰਦਾ ਹੈ। ਹੁਣ ਉਹ ਤਾਂ ਹੋਏਗਾ ਜੇ ਜੋ ਉਹਨੇ ਇਨਸਕ੍ਰਾਈਬ ਕੀਤਾ ਹੈ, ਜਿਹੜੀ ਕੰਡੀਸ਼ਨਸ ਨੇ, ਉਹ ਉਹਨਾਂ 'ਤੇ ਖੜਾ ਉਤਰੇਗਾ ਜੀ। ਕਈ ਵਾਰੀ ਜੇ ਕਹਿ ਦਿੰਦੇ ਜੀ ਕਿ ਇਹ ਬੰਦਾ ਬਿਆਨ ਕਹਿੰਦਾ ਜੀ ਮੈਂ ਇੱਦਾਂ ਕਰਨਾ ਹੈ, ਉਹ ਨਹੀਂ ਕਰਦਾ, ਫਿਰ ਉਹਦੇ ਖਿਲਾਫ ਕੰਸੀਲਮੈਂਟ ਜਾਂ ਫਾਲਸ ਐਵੀਡੈਂਸ ਦੀ ਪ੍ਰੋਸੀਡਿੰਗ ਚੱਲ ਸਕਦੀ ਹੈ। ਪੁੱਠਾ ਵੀ ਪੈ ਸਕਦਾ, ਮਤਲਬ ਕਹਿਣ ਦਾ ਕੇਸ, ਹਾਂਜੀ, ਜੇ ਉਹ ਝੂਠ ਬੋਲੇਗਾ।
ਜਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ ਜੀ। ਹਾਂਜੀ, ਉਹ ਸੈਕਸ਼ਨ 308 ਦੇ ਵਿੱਚ ਮੈਂ ਇੱਥੇ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ ਹੈ ਕਿ ਜਿਹੜਾ ਜਿਸ ਤਰ੍ਹਾਂ ਕਿ ਸੁਮੇਧ ਸੈਣੀ ਵਾਲੇ ਕੇਸ ਵਿੱਚ ਵੀ ਚੰਡੀਗੜ੍ਹ ਪੁਲਿਸ ਦੇ 2 ਅਫਸਰ ਜਿਹੜੇ ਨੇ ਸਰਕਾਰੀ ਗਵਾਹ ਬਣੇ ਨੇ, ਜਿਸ ਤੋਂ ਬਾਅਦ ਧਾਰਾ 302 ਹੱਤਿਆ ਦੀ ਜਿਹੜੀ ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਜੋੜੀ ਗਈ ਹੈ, ਤਾਂ ਉਹ ਕਿੰਨਾ ਕੁ ਜਿਹੜਾ ਉਸ ਦੀ ਗੱਲ ਦੇ ਉੱਤੇ ਯਕੀਨ ਕੀਤਾ ਜਾਂਦਾ ਹੈ ਜੀ? ਦੇਖੋ, ਜਿਹੜੀ ਜੱਜਮੈਂਟਸ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ ਜੀ, ਤੇ ਜਿਹੜੀਆਂ ਲਾਅ ਸੈਟਲ ਹੋਏ ਨੇ ਜੀ, ਸਭ ਤੋਂ ਇੰਪੋਰਟੈਂਟ ਜਿਹੜਾ ਇਸ਼ੂ ਵਿਦ ਇਸ ਆਸਪੈਕਟ ਇਸ 'ਚ ਹੁੰਦਾ ਹੈ ਕਿ ਜਿਹੜੀ ਇਹਦੀ ਸਟੇਟਮੈਂਟ ਹੁੰਦੀਆਂ ਅਪਰੂਵਰਸ ਦੀਆਂ ਜੀ, ਉਹਨਾਂ ਨੂੰ ਬੜੀ ਥਰਲੀ ਤੇ ਮੈਟੀਕੂਲਸਲੀ ਅਬਜ਼ਰਵ ਕਰਨਾ ਪੈਂਦਾ ਆਨਰੇਬਲ ਕੋਰਟ ਨੂੰ, ਜੀ, ਜੀ, ਜਦੋਂ ਉਹਨਾਂ ਨੇ ਆਰਡਰ ਪਾਸ ਕਰਨਾ ਹੁੰਦਾ ਪਾਰਡਨ ਦਾ। ਜੀ, ਹੁਣ ਉਹਦੇ ਵਿੱਚ ਕੀ ਹੁੰਦਾ ਹੈ, ਫੋਰ ਐਗਜ਼ਾਮਪਲ ਇੱਕ ਬੰਦਾ ਥੋੜ੍ਹਾ ਖੱਬੇ ਸੱਜੇ ਦੇ ਜਾਂਦਾ, ਬਿਆਨ ਨਹੀਂ ਹੁੰਦਾ ਜੀ, ਦੈਨ ਜਿਹੜਾ ਪਬਲਿਕ ਪ੍ਰੋਸੀਕਿਊਟਰ ਹੈਗਾ ਉਹ ਐਪਲੀਕੇਸ਼ਨ ਦੇ ਸਕਦੇ ਨੇ ਕਿ ਜੇ ਇਹ ਬਿਆਨ ਸਹੀ ਨਹੀਂ ਦੇ ਰਿਹਾ, ਜੋ ਇਹਦੀ ਸਪੈਸੀਫਿਕੇਸ਼ਨ ਸੀਗੀ ਉਸ ਤੋਂ ਬਿਯੋਂਡ ਜਾ ਰਿਹਾ ਜੀ, ਜੋ ਕੰਡੀਸ਼ਨ ਹੈ ਉਹ ਫੁੱਲਫਿਲ ਨਹੀਂ ਹੋ ਰਹੀ ਜੀ, ਫਿਰ ਜਦੋਂ ਪ੍ਰੋਸੀਡਿੰਗ ਚੱਲਦੀ ਹੈ ਉਸ ਦੇ ਦੌਰਾਨ ਉਸ ਬੰਦੇ ਨੂੰ ਫਿਰ ਆਨਰੇਬਲ ਕੋਰਟ ਦੇ ਵਿੱਚ, ਜੇ ਸੈਸ਼ਨਸ ਕੋਰਟ ਹੈ ਉਹ ਐਟ ਦ ਟਾਈਮ ਆਫ ਫਰੇਮਿੰਗ ਆਫ ਚਾਰਜ ਉਸ ਤੋਂ ਪਹਿਲਾਂ ਜੀ, ਤੇ ਜਿਵੇਂ ਮੈਜਿਸਟਰੀਅਲ ਕੋਰਟ ਹੈਗੇ ਨੇ ਉੱਥੇ ਬਿਫੋਰ ਦ ਪ੍ਰੋਸੀਕਿਊਸ਼ਨ ਐਵੀਡੈਂਸ ਜਿਹੜੀ ਰੀਡ ਕੀਤੀ ਜਾਂਦੀ ਹੈ ਜੀ, ਉੱਥੇ ਫਿਰ ਉਹ ਆ ਕੇ ਜੇ ਕਹੇ ਕਿ ਜੀ ਮੈਂ ਇੱਦਾਂ ਹੀ ਕਿਹਾ, ਇਟ ਇਜ਼ ਇਨ ਕਨਫਰਮਿਟੀ ਜੀ, ਫਿਰ ਆਨਰੇਬਲ ਕੋਰਟ ਉਹਨੂੰ ਵੇਅ ਕਰੇਗੀ ਕਿ ਜੇ ਇਹ ਬੰਦਾ ਕਹਿ ਰਿਹਾ ਹੈ ਕਿ ਇਹ ਕੀ ਉਸ ਕੰਡੀਸ਼ਨ ਦੀ ਕਨਫਰਮਿਟੀ 'ਚ ਜੇ ਕਿਵੇਂ ਕਹਿ ਰਿਹਾ ਕਿ ਮੈਂ ਕੀਤਾ ਹੈ, ਸਟੇਟਮੈਂਟ ਦਿੱਤੀ ਹੈ ਜੇ ਦਿੱਤੀ ਹੈ ਤੇ ਫਿਰ ਉਹ 'ਤੇ ਆਰਡਰ 'ਤੇ ਐਕੁਇਟਲ ਆਰਡਰ ਉਦੋਂ ਵੀ ਪਾਸ ਹੋ ਸਕਦਾ ਹੈ ਜੀ। ਹੁਣ ਬਾਕੀ ਜਿਵੇਂ ਪੈਰਾਮੀਟਰ ਜੇ ਕਿਸੇ ਨੇ ਕਹਿ ਦਿੱਤਾ ਕਿ ਮੈਂ ਅਪਰੂਵਰ ਹਾਂ, ਪਹਿਲੀ ਗੱਲ ਤਾਂ ਉੱਥੇ ਉਹਦੀ ਪ੍ਰੈਜ਼ੈਂਸ ਹੋਏਗੀ, ਜੇ ਨਹੀਂ ਹੈਗੀ ਡਾਇਰੈਕਟਲੀ ਇਨਡਾਇਰੈਕਟਲੀ ਕੀ ਇਨਫੋਰਮੇਸ਼ਨ ਜਾਂ ਕੀ ਸੀਗਾ ਉਹਦੇ ਕੋਲ, ਜੇ ਉਹ ਹੈਗਾ ਤੇ ਫੈਕਟਸ ਨਾਲ ਉਹ ਕਿਵੇਂ ਅਕੁਆਇੰਟਡ ਹੈਗਾ ਜਾਂ ਪਤਾ ਹੈ ਜੀ। ਹੁਣ ਉੱਥੇ ਜਿਹੜੇ ਐਵੀਡੈਂਸ ਹੈਗੇ ਆ, ਸਰਕਮਸਟੈਂਸ਼ੀਅਲ ਐਵੀਡੈਂਸ ਹੈ ਜਾਂ ਜਿਹੜੇ ਹੋਰ ਉੱਥੇ ਐਵੀਡੈਂਸਿਸ ਰਿਕਾਰਡ 'ਤੇ ਆਏ ਨੇ ਜੀ, ਉਹ ਕਿੰਨੇ ਕੁ ਕੋਰੈਬੋਰੇਟਿਵ ਨੇ, ਕਿੰਨੇ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਜਾਂ ਜਿਹੜੇ ਐਵੀਡੈਂਸਿਸ ਹੈਗੇ ਨੇ, ਰਿਕਵਰੀਜ਼ ਨੇ, ਜਾਂ ਹੁਣ ਤੱਕ ਜੋ ਡਰਾਮਾ ਹੋਇਆ ਹੈ ਸਰਕਮਸਟੈਂਸਿਸ ਜਾਂ ਸਰਕਮਸਟੈਂਸ਼ੀਅਲ ਐਵੀਡੈਂਸ, ਉਹ ਆਪਸ ਦੇ ਵਿੱਚ ਕਿੰਨਾ ਰਿਲੇਟ ਕਰ ਰਿਹਾ ਹੈ ਜੀ। ਇਹ ਵਾਇਰਸ ਤਾਂ ਨਹੀਂ ਹੈ ਕਿ ਸਟੇਟਮੈਂਟ ਜਿਹੜੀ ਹੈਗੀ ਹੈ ਇਹ ਸਫੀਸ਼ੀਐਂਟ ਹੈ ਜੀ, ਉਹਨਾਂ ਨੂੰ ਜਿਹੜੀ ਹੈਗੀ ਜੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੈ, ਰਿਕਾਰਡ ਕੀਤੀ ਹੈ, ਉਹ ਕਿਸ ਐਕਸਟੈਂਟ ਤੱਕ ਕੀਤੀ ਹੈ ਜੀ। ਕਿਉਂਕਿ ਇਸ ਕੇਸ ਦੇ ਵਿੱਚ ਮੇਰੇ ਕੋਲ FIR ਦੀ ਹਾਲੀ ਪ੍ਰੋਸੀਡਸ ਮੈਨੂੰ ਪਤਾ ਨਹੀਂ, ਡਿਟੇਲਸ ਨਹੀਂ ਪਤਾ ਕਿਉਂਕਿ ਆਈ ਐਮ ਨਾਟ ਡੀਲਿੰਗ ਵਿਦ ਦਿਸ ਕੇਸ। ਜੀ, ਜੀ, ਜੀ। ਉਹਦਾ ਤੁਸੀਂ ਜੇ ਲਾਅ ਪੁਆਇੰਟ 'ਤੇ ਕਿਹਾ ਹੈ ਕਿ 306 307 308 'ਤੇ ਜੇ ਮੈਂ ਹਾਜ਼ਰ ਹੈ ਤੇ ਉਹਨਾਂ ਦੇ ਹਿਸਾਬ ਨਾਲ ਜੇ ਆਪਾਂ ਇਹ ਕੇਸ ਨਹੀਂ ਕਿ ਨਾਟ ਨੈਸੈਸਰੀਲੀ ਇਹ ਕੇਸ ਹੋਵੇ, ਇਟ ਕੈਨ ਬੀ ਐਨੀ ਅਦਰ ਕੇਸ ਆਲਸੋ ਜੀ, ਉਹਦੇ ਵਿੱਚ ਵੀ ਪੈਰਾਮੀਟਰਸ ਦਾ ਲਾਅ ਦੇ ਬੜੇ ਸਪੈਸੀਫਿਕ ਨੇ ਤੇ ਲਾਅ ਜਿਹੜਾ ਲੇ ਡਾਊਨ ਕੀਤਾ ਉੱਥੇ ਇਹ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਸਟੇਟਮੈਂਟ ਹੈ ਅਪਰੂਵਰ ਦੀ ਜੀ, ਉਹਨੂੰ ਬਹੁਤ ਮੈਟੀਕੂਲਸਲੀ ਤਾਂ ਬਹੁਤ ਹੀ ਕੌਸ਼ੀਅਸਲੀ ਐਗਜ਼ਾਮਿਨ ਕਰਨਾ ਪਏਗਾ, ਜਿਹੜੀ ਕੋਰਟ ਨੇ ਉੱਥੇ ਉਹਨੂੰ ਅਪਰੂਵਰ ਦੇ ਬਾਅਦ ਉਹਨੂੰ ਆਰਡਰ ਪਾਸ ਕਰਨਾ ਹੈਗਾ, ਪਾਰਡਨ ਦੇਣੀ ਹੈਗੀ ਹੈ। ਜੇਕਰ ਫਰਜ਼ ਕਰੋ ਸਟੇਟ ਦੇ ਰਾਜਨੀਤਿਕ ਹਾਲਾਤ ਬਦਲਦੇ ਨੇ, ਜੇ ਮੈਂ ਸਿੱਧੇ ਤੌਰ 'ਤੇ ਕਹਾਂ ਕਿ ਅਗਰ ਸਰਕਾਰ ਬਦਲ ਜਾਂਦੀ ਹੈ ਕੱਲ੍ਹ ਨੂੰ, ਤਾਂ ਇਹ ਬੰਦਾ ਜੋ ਅੱਜ ਅਪਰੂਵਰ ਬਣ ਰਿਹਾ ਹੈ ਉਹ ਕੱਲ੍ਹ ਨੂੰ ਅਗਰ ਮੁੱਕਰ ਜਾਂਦਾ ਕਿ ਮੈਨੂੰ ਤਾਂ ਜੀ ਡਰਾ ਧਮਕਾ ਕੇ ਜਾਂ ਕਿਸੇ ਤਰੀਕੇ ਨਾਲ ਸਰਕਾਰੀ ਸੱਤਾ ਦਾ ਜਿਹੜਾ ਹੈਗਾ ਉਹ ਦਬਾਅ ਵਰਤ ਕੇ ਮੈਨੂੰ ਅਪਰੂਵਰ ਬਣਾਇਆ ਗਿਆ ਸੀ, ਉਸ ਸਥਿਤੀ ਦੇ ਵਿੱਚ ਫਿਰ ਕੇਸ ਜਿਹੜੀ ਪ੍ਰੋਸੀਡਿੰਗਸ 1.5-2 ਸਾਲ ਚੱਲਣਗੀਆਂ ਉਹ ਕਿੱਥੇ ਫਿਰ ਖੜੀਆਂ ਹੋਣਗੀਆਂ ਜਾ ਕੇ? ਜੀ ਹੁਣ ਸਰਕਾਰ ਹੈ ਜਾਂ ਨਹੀਂ ਹੈ, ਮੈਂ ਉਹਦੇ ਬਾਰੇ ਤਾਂ ਨਹੀਂ ਕਹਿ ਸਕਦਾ, ਕੋਈ ਦਬਾਅ ਜਿਵੇਂ ਹੁੰਦਾ ਜੀ, ਆਈ ਡੋਂਟ ਨੋ ਔਨ ਦੈਟ, ਮੈਂ ਉਸ ਬਰਾਦਰ ਮੈਨੂੰ ਉਹਦੇ ਬਾਰੇ ਕੋਈ ਆਮ ਨਾਟ ਕੰਪੀਟੈਂਟ ਟੂ ਆਨਸਰ ਔਨ ਦੈਟ ਫॉर ਦੈਟ ਪਾਰਟ, ਬਟ ਅਸਿਊਮਿੰਗ ਇੱਕ ਬੰਦਾ ਆਪਣੀ ਸਟੇਟਮੈਂਟ ਤੋਂ ਹਾਂ ਡਿਥਰਵੇ ਹੋ ਗਿਆ, ਬਾਹਰ ਹੋ ਗਿਆ, ਫਿਰ ਜੀ ਉਹਦੇ 'ਤੇ ਫਾਲਸ ਐਵੀਡੈਂਸ ਜਿਹੜੀ ਹੈਗੀ ਹੈ ਉਹ ਦੇਣ ਦੀ ਪ੍ਰੋਸੀਡਿੰਗ ਇਨੀਸ਼ੀਏਟ ਹੋ ਸਕਦੀ ਹੈ ਜੀ, 1 ਜੀ। ਸੈਕੰਡਲੀ ਸੈਂਕਸ਼ਨ ਆਫ ਦਾ ਆਨਰੇਬਲ ਹਾਈ ਕੋਰਟ ਲੈ ਕੇ ਪ੍ਰੋਸੀਡਿੰਗ ਇਨੀਸ਼ੀਏਟ ਹੁੰਦੀ ਹੈ ਜੀ, ਜਿਹੜੇ ਅਫੈਂਸ ਵਾਸਤੇ ਉਹ ਲਾਇਬਲ ਸੀਗਾ ਜੀ ਉਹਦੀ ਪ੍ਰੋਸੀਡਿੰਗ ਵੀ ਚੱਲਦੀ ਹੈਗੀ ਹੈ ਜੀ, ਉਹਦੇ ਵਾਸਤੇ ਵੀ ਉਹ ਜ਼ਿੰਮੇਵਾਰ ਹੋ ਜਾਂਦਾ ਪ੍ਰੋਸੀਡਿੰਗ ਫੇਸ ਕਰਨ ਵਾਸਤੇ ਜੀ ਜੀ। ਹੁਣ ਜਿਹੜੇ ਇਹ ਤੁਹਾਨੂੰ ਬੇਨਤੀ ਪਹਿਲਾਂ ਕੀਤੀ ਹੈ ਕਿ ਜੇ ਇਹਨੇ ਜਿਵੇਂ ਕਿਸੇ ਨੇ ਪਬਲਿਕ ਪ੍ਰੋਸੀਕਿਊਟਰ ਨੇ ਕਹਿ ਦਿੱਤਾ ਜੀ ਕਿ ਜੀ ਇਸ ਬੰਦੇ ਨੇ ਸਟੇਟਮੈਂਟ ਠੀਕ ਨਹੀਂ ਦਿੱਤੀ ਜਾਂ ਕਿਵੇਂ ਵੀ ਹੈ, ਐਪਲੀਕੇਸ਼ਨ 308 'ਚ ਆ ਜਾਂਦੀ ਹੈ ਜੀ, ਫਿਰ ਦੋਨੋਂ ਪੈਰਾਮੀਟਰਸ ਨੇ, ਇੱਕ ਲਰਨਡ ਸੈਸ਼ਨਸ ਕੋਰਟ ਵਾਸਤੇ, ਇੱਕ ਲਰਨਡ ਮੈਜਿਸਟ੍ਰੇਟ ਦੀ ਕੋਰਟ ਵਾਸਤੇ ਜੀ, ਉਹਨਾਂ ਦੀ ਜਦੋਂ ਜਿਹੜੀ ਸਟੇਜਸ ਜਿਹੜੀਆਂ ਤੁਹਾਨੂੰ ਦੱਸੀਆਂ ਸੀ ਪਹਿਲਾਂ, ਉਸ ਤੋਂ ਪਹਿਲਾਂ ਉਹਨੂੰ ਓਪਰਚੁਨਿਟੀ ਵੀ ਦੇ ਦਿੰਦੇ ਆ ਵੀ ਤੂੰ ਆਪਣੇ ਕਲੈਰਿਟੀ ਕਰੋ, ਤੇ ਉਹ ਕਲੈਰਿਟੀ ਦੇ ਸਕਦਾ ਹੈ ਕਿ ਜੀ ਮੈਂ ਕੀਤੀ ਹੈਗੀ, ਦੈਨ ਦਾ ਕੋਰਟ ਹੈਜ਼ ਟੂ ਅਪਲਾਈ ਇਟਸ ਓਨ ਮਾਈਂਡ ਕਿ ਕੀ ਜਿਹੜਾ ਪਬਲਿਕ ਪ੍ਰੋਸੀਕਿਊਟਰ ਕਹਿ ਰਹੇ ਨੇ ਕਿ ਜੇ ਕੰਡੀਸ਼ਨ ਮੀਟ ਵਿਦ ਨਹੀਂ ਕੀਤੀ ਹੈਗੀ
ਤੇ ਕੀ ਜੋ ਬੰਦਾ ਕਹਿ ਰਿਹਾ ਕਿ ਕੰਡੀਸ਼ਨ ਉਹਦਾ ਮੀਟ ਵਿਦ ਹੁੰਦੀ ਹੈ ਜੀ ਫਿਰ ਉਹ ਆਰਡਰ ਪਾਸ ਹੁੰਦਾ ਹੈ ਜੀ ਐਂਡ ਦ ਕੋਰਟ ਵੈਨ ਇਟਸ ਓਨ ਵਿਜ਼ਡਮ ਫਿਰ ਦੋਨੋਂ ਨੂੰ ਵੇ ਕਰ ਲੈਣਗੇ ਸਟੇਟਮੈਂਟ ਨੂੰ ਤੇ ਫਿਰ ਕੋਰਿਲੇਟ ਕਰਕੇ ਦੈਨ ਦੇ ਵਿਲ ਪਾਸ ਐਨ ਆਰਡਰ ਔਨ ਦੈਟ ਜੀ ਬਟ ਅਦਰਵਾਈਜ਼ ਇਵੈਂਚੁਅਲੀ ਜਿਵੇਂ ਵੀ ਹੈਗਾ ਜੇ ਕੋਈ ਅਪਰੂਵਰ ਬਣਿਆ ਹੈ ਉਹਦੀ ਕੰਡੀਸ਼ਨ ਸਭ ਤੋਂ ਪਹਿਲਾਂ ਉਹ ਜਿਹੜੀ ਪੈਰਾਮੀਟਰ ਹੈਗਾ ਜਿਹੜੀ ਉਹਦੀ ਸਟੇਟਮੈਂਟ ਹੈਗੀ ਹੈ ਉਹ ਸਾਰੀਆਂ ਕੰਡੀਸ਼ਨਸ ਜਿਹੜੀਆਂ ਹੈਗੀਆਂ ਨੇ ਦੇ ਹੈਵ ਟੂ ਬੀ ਥ੍ਰੈਡਬੇਅਰ ਅਸੈਸਡ ਐਂਡ ਦੇ ਹੈਵ ਟੂ ਬੀ ਡੈਲਟ ਵਿਦ ਵੈਰੀ ਕੌਸ਼ੀਅਸਲੀ ਬੇਸਿਕ ਪੈਰਾਮੀਟਰ ਤਾਂ ਇਹ ਹੀ ਹੈ ਜੀ ਜੀ ਮੈਂ ਹੁਣ ਇਹ ਪੁੱਛਣਾ ਚਾਹਾਂਗਾ ਕਿ ਇਹ ਜੋ ਕੇਸ ਹੈ ਬਹਿਬਲ ਕਲਾਂ ਗੋਲੀकांड ਵਾਲਾ ਮੈਂ ਦਰਸ਼ਕਾਂ ਨੂੰ ਵੀ ਦੁਬਾਰਾ ਇੱਕ ਵਾਰੀ ਚੇਤੇ ਕਰਾਉਣਾ ਚਾਹੁੰਦਾ ਕਿ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਉਹ ਬਹਿਬਲ ਕਲਾਂ ਗੋਲੀकांड ਮਾਮਲੇ 'ਚ ਕਰ ਰਹੇ ਹਾਂ ਜਿਸ ਦੇ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਜੋ ਕਿ ਉਸ ਵਕਤ ਘਟਨਾ ਮੌਕੇ ਡਿਊਟੀ ਤੇ ਤੈਨਾਤ ਸੀ ਉਸ ਨੇ ਹੁਣ ਸਰਕਾਰੀ ਗਵਾਹ ਬਣਨ ਦੀ ਹਾਮੀ ਭਰੀ ਹੈ ਜਿਸ ਨੂੰ ਲੈ ਕੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਅਰਜੀ ਗਈ ਹੈ ਅਸੀਂ ਘੋਖ ਕਰ ਰਹੇ ਹਾਂ ਕਿ ਇੱਕ ਸਰਕਾਰੀ ਗਵਾਹ ਬਣਨ ਦੀ ਸੂਰਤ ਦੇ ਵਿੱਚ ਅਪਰੂਵਰ ਬਣਨ ਦੀ ਸੂਰਤ ਦੇ ਵਿੱਚ ਕੇਸ ਜਿਹੜਾ ਕਿੰਨਾ ਕੁ ਉਸ ਦੇ ਉੱਤੇ ਅਸਰ ਪੈਂਦਾ ਹੈ ਜਿਹੜਾ ਇਹ ਕੇਸ ਹੈ ਇਹਦੇ 'ਚ ਹੁਣ ਆਪਾਂ ਸਿੱਧੇ ਅਗਰ ਡਾਇਰੈਕਟ ਵੇ ਗੱਲ ਕਰਨਾ ਚਾਹੀਏ ਤਾਂ ਇਹ ਕੇਸ ਹੁਣ ਤੱਕ ਹਨੇਰੀ ਕੋਠੜੀ 'ਚ ਖੜਾ ਸੀਗਾ ਲੋਕਾਂ ਨੂੰ ਨਹੀਂ ਅਦਾਲਤਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਨਾ ਹੀ ਵਕੀਲ ਇਹ ਸਾਬਤ ਕਰ ਪਾ ਰਹੇ ਸੀ ਨਾ ਹੀ ਕੋਈ ਐਵੀਡੈਂਸ ਮਿਲ ਪਾ ਰਹੀ ਸੀ ਕਿ ਗੋਲੀ ਕਿਸ ਨੇ ਚਲਾਈ ਹੈ ਕਿਉਂ ਚਲਾਈ ਹੈ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਇਸ 'ਚ ਬਹੁਤ ਸਾਰੇ ਇਸ 'ਚ ਇਹ ਵੀ ਚੀਜ਼ਾਂ ਆਈਆਂ ਨੇ ਕਿ ਪੁਲਿਸ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਆਪਣੇ ਆਪ ਚਲਾਈਆਂ ਗਈਆਂ ਨੇ ਪੁਲਿਸ ਦੀ ਗੱਡੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਾਫੀ ਪਾਸੇ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਸ ਨੂੰ ਪਰ ਜਦੋਂ ਹੁਣ ਵਿੱਚ ਦਾ ਬੰਦਾ ਹੀ ਜਿਹੜਾ ਹੈਗਾ ਗਵਾਹੀ ਦੇਣ ਵਾਸਤੇ ਤਿਆਰ ਹੋ ਗਿਆ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਵਕੀਲ ਸਾਹਿਬ ਕਿ ਹੁਣ ਇਸ ਕੇਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਹੁਣ ਇਹ ਕੇਸ ਲੱਗਦਾ ਨਹੀਂ ਕਿ ਬੜੀ ਛੇਤੀ ਹੱਲ ਹੋਣ ਜਾ ਰਿਹਾ ਹੈ ਦੇਖੋ ਜੀ ਬੇਸਿਕਲੀ ਲਾਅ ਜਿਹੜਾ ਹੈ ਕ੍ਰਿਮੀਨਲ ਜੂਰਿਸਪ੍ਰੂਡੈਂਸ 'ਚ ਜੀ ਉਹ ਹੈ ਕਿ ਐਕਸਪੀਡੀਸ਼ੀਅਸ ਡਿਸਪੋਜ਼ਲ ਹੋਣੀ ਚਾਹੀਦੀ ਹੈ ਜਿੰਨੇ ਵੀ ਕ੍ਰਿਮੀਨਲ ਮੈਟਰਸ ਹੈਗੇ ਤੇਜ਼ੀ ਨਾਲ ਛੇਤੀ ਤੋਂ ਛੇਤੀ ਨਿਬੇੜਾ ਹੋਣਾ ਚਾਹੀਦਾ ਹੈ ਕੇਸ ਦਾ ਹਾਂਜੀ ਉਹ ਬੜਾ ਤੇਜ਼ ਚਾਹੀਦਾ ਹੈ ਜੀ ਤੇ ਜਿੰਨੀ ਜਲਦੀ ਸਟੇਟਮੈਂਟਸ ਰਿਕਾਰਡ ਹੋਣੀ ਚਾਹੀਦੀਆਂ ਇਹ ਹੋਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਹਿਊਮਨ ਮੈਮਰੀ ਵੀ ਹੈ ਜੀ ਚੀਜ਼ ਬਣ ਹੋਏ ਵੀ ਤੇ ਸਾਹਮਣੇ ਕੋਈ ਐਪੀਸੋਡ ਹੋਏ ਥੋੜਾ ਫਿੱਕਾ ਪੈ ਜਾਂਦਾ ਸਮੇਂ ਨਾਲ ਜੀ 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 ਤੇ ਜਿਹੜੇ ਬੰਦੇ ਨੇ ਕ੍ਰਾਸ ਐਗਜ਼ਾਮੀਨੇਸ਼ਨ ਕਿਸੇ ਪ੍ਰੋਸੀਕਿਊਸ਼ਨ ਵਾਲੇ ਨੇ ਵੀ ਜਾਂ ਡਿਫੈਂਸ ਵਿਟਨੈਸ ਨੇ ਵੀ ਜੇ ਕਿਸੇ ਨੇ ਕ੍ਰਾਸ ਐਗਜ਼ਾਮੀਨੇਸ਼ਨ ਫੇਸ ਕਰਨੀ ਹੈ ਜੀ ਵੋਲੀ ਆਫ ਕੁਐਸਚਨਸ ਆਣਗੇ ਉਹਨਾਂ ਵਾਸਤੇ ਬੰਦਾ ਉਹਨੂੰ ਜਿਹੜੀ ਮੈਮਰੀ ਹੈਗੀ ਹੈ ਉਹ ਜਿਹੜੀ ਹੈ ਰੀਜ਼ਨੇਬਲੀ ਫਰੈਸ਼ ਹੋਣੀ ਚਾਹੀਦੀ ਹੈ ਹਾਂਜੀ ਜਿੱਥੇ ਮੈਮਰੀ ਫੇਡ ਅਵੇ ਕਰ ਜਾਏਗੀ ਜਾਂ ਫੋਰ ਐਗਜ਼ਾਮਪਲ ਲੰਬਾ ਹੋ ਜਾਂਦਾ ਕੋਈ ਮੈਟਰ ਹੋਰ ਵੀ ਹੋ ਜਾਂਦੇ ਉਹਨਾਂ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਕਿ ਜਿਹੜੀ ਕੁਐਸਚਨਿੰਗ ਤੇ ਕ੍ਰਾਸ ਕੁਐਸਚਨਿੰਗ ਹੈਗੀ ਹੈ ਉਹਦੇ ਵਿੱਚ ਕਈ ਵਾਰ ਦਿੱਕਤ ਆਉਂਦੀ ਹੈ ਅਸਿਊਮਿੰਗ ਇੱਕ ਬੰਦਾ ਕੋਈ 65 ਜਾਂ 70 ਦੀ ਏਜ ਦਾ ਹੈ ਕੋਈ ਵਿਟਨੈਸ ਹੈ ਜਾਂ 80 ਈਅਰਸ ਦਾ ਮੈਮਰੀ ਫੇਡ ਕਰਦੀ ਹੈ ਤੇ ਪ੍ਰੋਬਲਮ ਸਾਰੀ ਕ੍ਰਾਸ ਕੁਐਸਚਨਿੰਗ 'ਚ ਆਉਂਦੀ ਹੈ ਜੀ ਉੱਥੇ ਜਦੋਂ ਇੱਕ ਤੋਂ ਬਾਅਦ ਦੂਸਰਾ ਲੇਟ ਕਰਨਾ ਪਏਗਾ ਡਿਫਿਕਲਟੀ ਹੈ ਬਟ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਮੈਟਰ ਹੈ ਜੀ ਕੋਈ ਹੋਰ ਵੀ ਮੈਟਰ ਹੈ ਹਾਂਜੀ ਦੇਖੋ ਜਦੋਂ ਕਿਸੇ ਬੰਦੇ ਨੇ ਕਿਹਾ ਕਿ ਮੈਂ ਅਪਰੂਵਰ ਦੀ ਆਪਣੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਦੇਖਣਾ ਪਏਗਾ ਕਿ ਉਹ ਬੰਦਾ ਉੱਥੇ ਪ੍ਰੈਜ਼ੈਂਟ ਸੀ ਉਹਦੀ ਇਨਫੋਰਮੇਸ਼ਨ ਹੁਣ ਕਿੰਨੀ ਹੈ ਜੀ ਡਾਇਰੈਕਟਲੀ ਇਨਡਾਇਰੈਕਟਲੀ ਕਿੰਨਾ ਕਨਵੋਲਵਡ ਹੈ ਕਿੰਨੇ ਫੈਕਟਸ ਨਾਲ ਅਕੁਆਇੰਟਡ ਹੈ ਕਿ ਉਹ ਕਿੰਨਾ ਉਹਦੇ ਜਿਹੜੇ ਇੰਗਰੀਡੀਐਂਟਸ ਹੈਗੇ ਨੇ ਜਿਹੜੀ ਉਹ ਸਬਮਿਸ਼ਨਸ ਦੇ ਉਹ ਕਿੰਨੇ ਰੈਲੇਵੈਂਟ ਨੇ ਉੱਥੇ ਉਹਦੇ ਵਾਸਤੇ ਜੇ ਤਾਂ ਉਹ ਇਸ ਤਰ੍ਹਾਂ ਸਾਰਾ ਹੈਗਾ ਨਾਲੇ ਜੇ ਇਹ ਜਨਰਲ ਮੈਂ ਗੱਲ ਕਰ ਰਿਹਾ ਹਾਂਜੀ ਹਾਂਜੀ ਉਹ ਫਿਰ ਆਨਰੇਬਲ ਕੋਰਟ ਨੇ ਆਪਣਾ ਮਾਈਂਡ ਅਪਲਾਈ ਕਰਨਾ ਹੈ ਜੀ ਫੋਰ ਐਗਜ਼ਾਮਪਲ ਤੁਸੀਂ ਇਹ ਮੈਟਰ ਕਰਨੇ ਹੋ ਜਿੱਥੇ ਤੁਸੀਂ ਕਹਿੰਦੇ ਹੋ 2 ਡੈਥਸ ਹੋਈਆਂ ਨੇ ਉਸ ਕੇਸ ਦੇ ਵਿੱਚ ਜਿਹੜਾ ਕੋਰਿਲੇਟਿਵ ਸਰਕਮਸਟੈਂਸ਼ੀਅਲ ਐਵੀਡੈਂਸ ਹੈਗਾ ਹੋਰ ਸਟੇਟਮੈਂਟਸ ਹੋਣਗੀਆਂ ਜਿਹੜੀ ਪ੍ਰੋਸੀਕਿਊਸ਼ਨ ਵਿਟਨੈਸਿਸ ਜਿਹੜੇ ਵੀ ਹੋਣਗੇ ਜੀ ਜਾਂ ਡਿਫੈਂਸ ਵਾਲਿਆਂ ਦੇ ਵੀ ਆਪਣੇ ਵਿਟਨੈਸਿਸ ਹੋਣਗੇ ਜੀ ਦੋਨੋਂ ਤਰਫ ਤੋਂ ਐਨਾਲਿਸਿਸ ਤਾਂ ਜਦੋਂ ਸਾਰੇ ਐਵੀਡੈਂਸਿਸ ਲੀਡ ਹੋਣਗੇ ਉਸ ਤੋਂ ਬਾਅਦ ਹੀ ਕੇਸ ਦਾ ਨਿਸ਼ਕਰਸ਼ ਨਿਕਲੇਗਾ ਕਿਉਂਕਿ ਦੋਨੋਂ ਪਾਰਟੀਆਂ ਨੂੰ ਉਹਨਾਂ ਨੇ ਸੁਣਨਾ ਤਾਂ ਹੁੰਦਾ ਹੈ ਲੈਵਲ ਪਲੇਇੰਗ ਫੀਲਡ ਕੋਰਟ ਨੇ ਲੈਣੀ ਹੁੰਦੀ ਹੈ ਆਨਰੇਬਲ ਕੋਰਟ ਨੇ ਜੀ ਉਸ ਤੋਂ ਬਾਅਦ ਹੀ ਮੈਟਰ ਐਡਜੂਡੀਕੇਟ ਕਰਨਾ ਹੁੰਦਾ ਹੈ ਹੁਣ ਨੋ ਡਾਊਟ ਕੋਈ ਬੰਦਾ ਕੋਈ ਅਪਰੂਵਰ ਬਣ ਵੀ ਗਿਆ ਉਹਨੇ ਸਟੇਟਮੈਂਟ ਦੇ ਦਿੱਤੀ ਬਾਕੀ ਵੀ ਦੇਣਗੇ ਵਿਟਨੈਸਿਸ ਪ੍ਰੋਸੀਕਿਊਸ਼ਨ ਵਿਟਨੈਸਿਸ ਸਾਰੀ ਕੰਕਲੂਡ ਹੋਣਗੀਆਂ ਡਿਫੈਂਸ ਵਾਲੇ ਆਪਣੇ ਡਿਫੈਂਸ ਦੇਣਗੇ ਹਾਂਜੀ ਹੁਣ ਦੋਨਾਂ ਨੂੰ ਵੇ ਤਾਂ ਅਲਟੀਮੇਟਲੀ ਲਰਨਡ ਕੋਰਟ ਨੇ ਕਰਨਾ ਹੈ ਜੀ ਕਿਹਨੂੰ ਅਕਵਿਟ ਕਰਨਾ ਹੈ ਉਹਨਾਂ ਚੋਂ ਕਿਹਨੂੰ ਅਕਵਿਟ ਕਰਨਾ ਤੇ ਕਿਹਨੂੰ ਕਨਵਿਕਟ ਕਰਨਾ ਉਹ ਤਾਂ ਆਨਰੇਬਲ ਕੋਰਟ ਨੇ ਆਪਣਾ ਮਾਈਂਡ ਅਪਲਾਈ ਕਰਨਾ ਹੈ ਜੀ ਜੇ ਆਪਾਂ ਕਹਿੰਦੇ ਆ ਕਿ ਤੇਜ਼ ਹੋਵੇ ਉੱਥੇ ਇੱਕ ਤਾਂ ਜਿਹੜੀ ਹੁਣ ਪ੍ਰੋਸੀਡਿੰਗਸ ਹੈਗੀਆਂ ਨੇ ਵੀਡੀਓਗ੍ਰਾਫੀ ਵੀਡੀਓ ਕਾਨਫਰੰਸ ਦੇ ਰਾਹੀਂ ਹੁੰਦੀਆਂ ਨੇ ਜਾਂ ਕਿਵੇਂ ਹੁੰਦੀਆਂ ਨੇ ਉੱਥੇ ਪਾਰਟੀਜ਼ ਜਿਹੜੀਆਂ ਟੂ ਦ ਲਿਸਟ ਹੈਗੀਆਂ ਨੇ ਉਹਨਾਂ ਦੀ ਐਪਲੀਕੇਸ਼ਨਸ
ਕਿਹੜੀ ਲੱਗੀ ਹੈ ਫॉर ਐਕਸਪੀਡੀਸ਼ੀਅਸ ਡਿਸਪੋਜ਼ਲ ਹੈ ਜਾਂ ਕੀ ਹੈ ਜੀ ਜਾਂ ਸਟੇਟਮੈਂਟਸ ਰਿਕਾਰਡ ਕਰਨ ਵਾਸਤੇ ਹੈ ਜੀ ਉਹ ਮੈਨੂੰ ਆਈਡੀਆ ਨਹੀਂ ਹੈ ਕਿਉਂਕਿ ਆਮ ਨੋਟ ਅ ਕਾਉਂਸਲ ਇਨ दैट ਜੀ ਬਟ ਜੇ ਆ ਗਿਆ ਹੈ ਰਿਕਾਰਡ ਹੈ ਪ੍ਰੋਸੀਕਿਊਸ਼ਨ ਵਿਟਨੈਸਿਸ ਵਾਸਤੇ ਜੇ ਕੇਸ ਲੱਗਿਆ ਜੀ ਤੇ ਤਾਂ ਬੇਸਿਕ ਮੈਂਡੇਟ ਤਾਂ ਹੈ ਕਿ ਇਟ ਸ਼ੁੱਡ ਗੋ ਔਨ ਐਕਸਪੀਡੀਸ਼ੀਅਸਲੀ ਕੋਈ ਮਤਲਬ ਕੋਈ ਟ੍ਰਾਇਲ ਕੋਰਟ ਜਾਂ ਕ੍ਰਿਮੀਨਲ ਟ੍ਰਾਇਲ ਜਿਹੜਾ ਡਿਲੇ ਤਾਂ ਕਰਨ ਦਾ ਮੈਂਡੇਟ ਤਾਂ ਹੈ ਹੀ ਨਹੀਂ ਜੀ ਉਹ ਤਾਂ ਡਿਸਾਈਡ ਹੋਣਾ ਹੀ ਹੈਗਾ ਤੇ ਜੇ ਹੁੰਦਾ ਹੈ ਤੇ ਆਨਰੇਬਲ ਕੋਰਟ ਜਿਹੜੀ ਹੈ ਦੋਨਾਂ ਐਵੀਡੈਂਸਿਸ ਨੂੰ ਤੇ ਦੋਨੋਂ ਜਿਹੜੀ ਸਟੇਟਮੈਂਟਸ ਨੂੰ ਤੇ ਜਿੰਨੇ ਇਨਕ੍ਰਿਮੀਨੇਸ਼ਨ ਹੈਗੀ ਹੈ ਜਾਂ ਜਿਹੜਾ ਰਿਕਾਰਡ ਹੈ ਕਿੰਨਾ ਸਹੀ ਹੈ ਕਿੰਨਾ ਕੁਐਸਚਨੇਬਲ ਹੈ ਉਹ ਸਾਰਾ ਕੁਝ ਅਸੈਸ ਕਰਕੇ ਆਪਣਾ ਆਰਡਰ ਪਾਸ ਕਰਦੇ ਨੇ ਜੀ ਅਸੀਂ ਗੱਲਬਾਤ ਕੀਤੀ ਹੈ ਐਡਵੋਕੇਟ ਗਗਨ ਪ੍ਰਦੀਪ ਸਿੰਘ ਬਾਲੋ ਉਹਨਾਂ ਨਾਲ। ਬਾਲ ਸਾਹਿਬ ਤੁਹਾਡਾ ਸਾਡੇ ਨਾਲ ਇਹ ਜਾਣਕਾਰੀ ਜੋ ਸਾਂਝੀ ਕੀਤੀ ਹੈ ਇਹਦੇ ਵਾਸਤੇ ਬਹੁਤ ਸ਼ੁਕਰੀਆ। ਦਰਸ਼ਕੋ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸਣਾ ਚਾਹੁੰਦਾ ਕਿ ਅਸੀਂ ਇਹ ਗੱਲ ਕੀਤੀ ਹੈ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਜਿਸ 'ਚ ਕਿ ਇੰਸਪੈਕਟਰ ਪ੍ਰਦੀਪ ਸਿੰਘ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ ਜਿਸ ਨੂੰ ਲੈ ਕੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਅਰਜੀ ਮੂਵ ਕੀਤੀ ਗਈ ਹੈ। ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕੋਈ ਸਰਕਾਰੀ ਗਵਾਹ ਬਣਦਾ ਹੈ ਤਾਂ ਉਸ ਨਾਲ ਕੇਸ ਦੇ ਉੱਤੇ ਕਿੰਨਾ ਅਸਰ ਪੈਂਦਾ ਹੈ, ਸਰਕਾਰੀ ਗਵਾਹ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਹੈ। ਜਿਸ ਤੋਂ ਆਪਾਂ ਜੋ ਹੁਣ ਤੱਕ ਗੱਲ ਕੀਤੀ ਹੈ ਉਸ ਤੋਂ ਇਹੀ ਉਮੀਦ ਜਾਪਦੀ ਹੈ ਕਿ ਇਹ ਇਸ ਕੇਸ ਦੇ ਵਿੱਚ ਇੱਕ ਅਹਿਮ ਕੜੀ ਸਾਬਤ ਹੋਣ ਜਾ ਰਿਹਾ ਹੈ। ਪਰ ਦੇਖਣਾ ਫਾਈਨਲੀ ਕੋਰਟ ਨੇ ਹੋਏਗਾ ਕਿਉਂਕਿ ਦੂਜੇ ਪਾਸੇ ਜੋ ਲੋਕ ਦੋਸ਼ੀ ਨੇ ਜਿਸ 'ਚ ਪਰਮਰਾਜ ਸਿੰਘ ਉਮਰਾ ਨੰਗਲ ਨੇ, ਚਰਨਜੀਤ ਸ਼ਰਮਾ ਨੇ ਜਾਂ ਹੋਰ ਵਿਅਕਤੀ ਨੇ, ਕੁਝ ਪੋਲੀਟੀਕਲ ਵਿਅਕਤੀ ਨੇ, ਕੁਝ ਪ੍ਰਾਈਵੇਟ ਕਾਰੋਬਾਰੀ ਨੇ, ਉਹਨਾਂ ਦੇ ਵਕੀਲ ਵੀ ਇਸ 'ਚ ਜਵਾਬ ਜਿਹੜਾ ਦਲੀਲਾਂ ਦੇਣਗੇ ਆਪਣੀਆਂ। ਪਰ ਕਿਉਂਕਿ ਇਹ ਉਹ ਵਿਅਕਤੀ ਹੈ ਜੋ ਇਸ ਘਟਨਾ 'ਚ ਬਤੌਰ ਸਰਕਾਰੀ ਅਫਸਰ ਸ਼ਾਮਲ ਰਿਹਾ ਹੈ, ਇਹਦੀ ਕਹੀ ਗੱਲ ਦਾ ਵਜਨ ਜ਼ਰੂਰ ਜਿਹੜਾ ਹੈਗਾ ਉਹ ਪਏਗਾ ਇਸ ਕੇਸ ਦੇ ਵਿੱਚ। ਸਾਡਾ ਜੋ ਇਸ ਗੱਲਬਾਤ ਦਾ ਮੁੱਖ ਜੋ ਸਾਡਾ ਏਜੰਡਾ ਸੀ ਜਾਂ ਸਾਡਾ ਜੋ ਮੁੱਖ ਮਨੋਰਥ ਸੀ ਉਹ ਇਹ ਸੀ ਕਿ ਸਰਕਾਰੀ ਗਵਾਹ ਬਣਨ ਦੀ ਸੂਰਤ ਦੇ ਵਿੱਚ ਕੇਸਾਂ ਦੇ ਉੱਤੇ ਕੀ ਫਰਕ ਪੈਂਦਾ ਹੈ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਐਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਨੂੰ ਬਟਨ ਦਬਾਓ। ਸਤਿ ਸ਼੍ਰੀ ਅਕਾਲ।